ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀਆਂ ਖਾਸ ਖਬਰਾਂ ਦੇ ਨਾਲ। ਤੇ ਸਭ ਤੋਂ ਪਹਿਲੀ ਖਬਰ ਅਸੀਂ ਸਾਂਝੀ ਕਰਨ ਲੱਗੇ ਹਾਂ ਲਿਬਰਲ ਪਾਰਟੀ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰ ਬੌਨੀ ਕਰੋਂਬੀ ਆਪਣੇ ਅਸਤੀਫਾ ਦੇਣ ਲੱਗੇ ਨੇ ਆਪਣੇ ਅਹੁਦੇ ਤੋਂ। ਓਨਟਾਰੀਓ ਪਾਰਟੀ ਦੀ ਲੀਡਰ ਬੌਨੀ ਕਰੋਂਬੀ ਨੇ ਅਸਤੀਫਾ ਦੇ ਦਿੱਤਾ ਹੈ। ਬੌਨੀ ਕਰੋਂਬੀ ਨੇ ਆਪਣੇ ਅਹੁਦੇ ਤੋਂ ਇਹ ਫਾਰਮਲੀ ਰਿਜ਼ਾਈਨ ਕਰ ਦਿੱਤਾ ਹੈ ਤੇ ਪਾਰਟੀ ਨੇ ਕਿਹਾ ਹੈ ਕਿ ਜਲਦ ਹੀ ਉਹ ਇੰਟਰਿਮ ਲੀਡਰ ਚੁਣਨਗੇ, ਪਰ ਲੀਡਰਸ਼ਿਪ ਰੇਸ ਦੀ ਤਾਰੀਖ ਅਜੇ ਤੈਅ ਨਹੀਂ ਹੋ ਸਕੀ। ਬੌਨੀ ਕਰੋਂਬੀ ਪਿਛਲੇ ਸਾਲ ਲੀਡਰਸ਼ਿਪ ਵੋਟ ਦੇ ਵਿੱਚ ਸਿਰਫ 57% ਸਪੋਰਟ ਮਿਲਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਉਹ ਅਸਤੀਫਾ ਦੇਗੀ। ਪਹਿਲਾਂ ਉਹ ਕਹਿ ਰਹੇ ਸੀ ਕਿ ਨਵਾਂ ਨੇਤਾ ਆਉਣ ਤੱਕ ਉਹ ਫਿਲਹਾਲ ਅਹੁਦੇ ਤੇ ਵਿਰਾਜਮਾਨ ਰਹਿਣਗੇ, ਪਰ ਹੁਣ ਉਹਨਾਂ ਨੇ ਅਰਲੀ ਐਗਜ਼ਿਟ ਲੈਣ ਦਾ ਫੈਸਲਾ ਕੀਤਾ ਹੈ। ਬੌਨੀ ਕਰੋਂਬੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਐਸ ਵੀ ਬਿਗਨ ਅ ਨਿਊ ਈਅਰ ਦਿਸ ਇਜ਼ ਦ ਰਾਈਟ ਟਾਈਮ ਟੂ ਮੂਵ ਫਾਰਵਰਡ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਪਾਰਟੀ ਨੂੰ ਰੀਬਿਲਡ ਕਰਨ ਦੇ ਕੰਮ ਦੇ ਉੱਤੇ ਉਹਨਾਂ ਨੇ ਮਾਣ ਮਹਿਸੂਸ ਕੀਤਾ ਹੈ। ਪਾਰਟੀ ਵਿੱਚ ਰਹਿੰਦਿਆਂ ਜਿੰਨਾ ਕੁ ਉਹਨਾਂ ਨੇ ਪਾਰਟੀ ਲਈ ਕੀਤਾ ਉਸ ਕੰਮ ਦੇ ਉੱਤੇ ਉਹ ਮਾਣ ਮਹਿਸੂਸ ਕਰਦੇ ਨੇ। ਓਨਟਾਰੀਓ ਪਾਰਟੀ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਕੈਥਰੀਨ ਮੈਕਗੈਰੀ, ਉਹਨਾਂ ਨੇ ਕਿਹਾ ਹੈ ਕਿ ਬੌਨੀ ਕਰੋਂਬੀ ਨੇ ਪਾਰਟੀ ਨੂੰ ਮੁਸ਼ਕਿਲ ਸਮੇਂ ਦੇ ਵਿੱਚ ਸੰਭਾਲਿਆ ਤੇ ਅੱਗੇ ਲਈ ਤਿਆਰ ਕੀਤਾ ਹੈ। ਸੋ ਪਾਰਟੀ ਜਲਦ ਹੀ ਅੰਤਰਿਮ ਲੀਡਰ ਦਾ ਐਲਾਨ ਕਰੇਗੀ ਤੇ ਲੀਡਰਸ਼ਿਪ ਕੰਟੈਸਟ ਦੀ ਜਿਹੜੀ ਡੇਟ ਹੋਏਗੀ ਉਹ ਵੀ ਜਲਦ ਹੀ ਦੱਸੀ ਜਾਏਗੀ। ਸੋ ਹਾਲਾਂਕਿ ਇਸ ਲੀਡਰਸ਼ਿਪ ਰੇਸ ਦੇ ਵਿੱਚ ਵੀ ਕਾਫੀ ਨਾਮ ਅੱਗੇ ਆਏ ਹੋਏ ਨੇ, ਪਰ 2025 ਦੀਆਂ ਇਲੈਕਸ਼ਨਸ ਦੀ ਗੱਲ ਕਰੀਏ ਤਾਂ ਬੌਨੀ ਕਰੋਂਬੀ ਜਿਨ੍ਹਾਂ ਨੇ ਮਿਸੀਸਾਗਾ ਮੇਅਰ ਲਗਾਤਾਰ ਇਹ 2-3 ਵਾਰ ਲਗਾਤਾਰ ਮਿਸੀਸਾਗਾ ਦੇ ਮੇਅਰ ਰਹੇ ਨੇ ਤੇ 2025 ਦੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਨੇ ਓਨਟਾਰੀਓ ਦੀ ਲਿਬਰਲ ਪਾਰਟੀ ਨੂੰ ਲੀਡ ਕੀਤਾ ਸੀ। ਸੋ ਬੌਨੀ ਕਰੋਂਬੀ ਨੇ 2 ਸਾਲ ਪਾਰਟੀ ਦੀ ਅਗਵਾਈ ਕੀਤੀ ਹੈ, ਪਰ ਫੈਬਰਵਰੀ 2025 ਦੀਆਂ ਸਨੈਪ ਇਲੈਕਸ਼ਨਸ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਦੇ ਕੋਲੋਂ ਭਾਰੀ ਹਾਰ ਹੋਈ ਸੀ। ਹਾਲਾਂਕਿ ਲਿਬਰਲਸ ਨੇ 14 ਸੀਟਾਂ ਜਿੱਤ ਕੇ ਆਫੀਸ਼ੀਅਲ ਪਾਰਟੀ ਦਾ ਸਟੇਟਸ ਵਾਪਸ ਲੈ ਲਿਆ ਸੀ, ਪਰ ਬੌਨੀ ਕਰੋਂਬੀ ਆਪਣੀ ਮਿਸੀਸਾਗਾ ਸੀਟ ਨਹੀਂ ਜਿੱਤ ਸਕੀ ਸੀ। ਸੋ ਪਾਰਟੀ ਨੂੰ ਐਨਡੀਪੀ ਦੇ ਨਾਲੋਂ ਲਗਭਗ 6 ਲੱਖ ਵੋਟਸ ਵੱਧ ਮਿਲੇ ਨੇ, ਪਰ ਫਿਰ ਵੀ ਆਫੀਸ਼ੀਅਲ ਆਪੋਜੀਸ਼ਨ ਇਹ ਨਹੀਂ ਬਣ ਸਕੀ। ਲਿਬਰਲ ਪਾਰਲੀਮੈਂਟਰੀ ਲੀਡਰ ਜੌਨ ਫਰੇਜ਼ਰ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਬੌਨੀ ਕਰੋਂਬੀ ਦਾ ਖਾਸ ਤੌਰ ਦੇ ਉੱਤੇ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਆਫੀਸ਼ੀਅਲ ਸਟੇਟਸ ਮਿਲਣਾ ਗੇਮ ਚੇਂਜਰ ਹੈ। ਸੋ ਫਰੇਜ਼ਰ ਨੇ ਇਹ ਵੀ ਕਿਹਾ ਹੈ ਕਿ ਅਗਲਾ ਨੇਤਾ ਇੱਕ ਹਾਰਡ ਵਰਕਰ, ਗੁੱਡ ਕਮਿਊਨੀਕੇਟਰ ਤੇ ਟੀਮ ਪਲੇਅਰ ਹੋਣਾ ਚਾਹੀਦਾ ਹੈ ਜੋ ਕਿ ਪੂਰੇ ਓਨਟਾਰੀਓ ਦੇ ਵਿੱਚ ਟਰੈਵਲ ਕਰ ਸਕੇ। ਸੋ ਪੀਲ ਰੀਜਨ ਦੇ ਵਿੱਚ ਫਿਲਹਾਲ ਕੋਈ ਸੀਟ ਨਹੀਂ ਹੈ। ਬੌਨੀ ਕਰੋਂਬੀ ਨੂੰ ਉਮੀਦ ਸੀ ਕਿ ਉਹ ਪੀਲ ਰੀਜਨ ਵਿੱਚ 6 ਸੀਟਸ ਜਿੱਤ ਸਕੇਗੀ, ਪਰ 2025 ਦੀਆਂ ਇਲੈਕਸ਼ਨਸ ਦੇ ਵਿੱਚ ਲਿਬਰਲ ਪਾਰਟੀ ਨੂੰ ਇੱਥੇ ਇੱਕ ਵੀ ਸੀਟ ਨਹੀਂ ਮਿਲੀ, ਜਿਸ ਵਿੱਚ ਉਹਨਾਂ ਦੀ ਆਪਣੀ ਸੀਟ ਵੀ ਸ਼ਾਮਿਲ ਹੈ ਤੇ ਆਪਣੀ ਸੀਟ ਵੀ ਬੌਨੀ ਕਰੋਂਬੀ ਜਿੱਤ ਨਹੀਂ ਸਕੇ ਸੀ। ਸੋ ਫਿਲਹਾਲ ਸਾਲ ਚੜ੍ਹਦੀ ਬੌਨੀ ਕਰੋਂਬੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਉਹਨਾਂ ਦੇ ਵੱਲੋਂ ਪਾਰਟੀ ਦੇ ਲੀਡਰਸ਼ਿਪ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਅਗਲੀ ਖਬਰ ਸਾਂਝੀ ਕਰਨ ਲੱਗੇ ਹਾਂ ਜੀ ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੀਗੌਲ ਦੇ ਵੱਲੋਂ ਵੀ ਜਿਹੜਾ ਰਿਜ਼ਾਈਨ ਦੇ ਦਿੱਤਾ ਗਿਆ ਹੈ। ਇਹ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੀਗੌਲ ਦੇ ਵੱਲੋਂ ਵੀ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਨਗੇ ਅਤੇ ਫਾਲ ਇਲੈਕਸ਼ਨ ਦੇ ਵਿੱਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਕਿਊਬੈਕ ਸਿਟੀ ਦੇ ਵਿੱਚ ਨਿਊਜ਼ ਕਾਨਫਰੰਸ ਦੇ ਦੌਰਾਨ ਲੀਗੌਲਟ ਨੇ ਕਿਹਾ ਕਿ CAQ ਦੇ ਨਵੇਂ ਲੀਡਰ ਚੁਣੇ ਜਾਣ ਤੱਕ ਉਹ ਪ੍ਰੀਮੀਅਰ ਰਹਿਣਗੇ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕਿਊਬੈਕ ਵਾਸੀ ਇਸ ਵਕਤ ਚਾਹੁੰਦੇ ਨੇ ਕਿ ਚੇਂਜ ਆਵੇ ਅਤੇ ਕਿਊਬੈਕ ਦੇ ਭਲੇ ਦੇ ਲਈ ਉਹ ਇਸ ਸਟੈਪ ਨੂੰ ਲੈਣ ਲਈ ਉਹ ਚਾਹੁੰਦੇ ਨੇ ਕਿ ਲਿਆ ਜਾਵੇ, ਕਿਉਂਕਿ ਹੁਣ ਚੇਂਜ ਦਾ ਸਮਾਂ ਆ ਚੁੱਕਿਆ ਹੈ। ਸੋ ਇਸ ਅਸਤੀਫੇ ਦੇ ਨਾਲ ਹੀ ਅਕਤੂਬਰ 5 ਦੀਆਂ ਇਲੈਕਸ਼ਨਸ ਤੋਂ ਪਹਿਲਾਂ CAQ ਅਤੇ ਕਿਊਬੈਕ ਲਿਬਰਲਸ ਦੋਵਾਂ ਦੇ ਵੱਲੋਂ ਇਸ ਵਕਤ ਲੀਡਰਸ ਚੁਣੇ ਜਾਣੇ ਨੇ, ਕਿਉਂਕਿ ਦੋਵੇਂ ਬਿਨਾਂ ਲੀਡਰਸ ਦੇ ਹੋ ਜਾਣਗੇ। CAQ ਆਪਣੀ ਪਹਿਲੀ ਵਾਰ ਲੀਡਰਸ਼ਿਪ ਰੇਸ ਕਰੇਗੀ। CAQ ਇਸ ਸਮੇਂ ਪੋਲਸ ਦੇ ਵਿੱਚ ਪਿੱਛੇ ਹੈ, ਜਦਕਿ ਪਾਰਟੀ ਕਿਊਬੈਕੋਸ ਇਹ ਫਿਲਹਾਲ ਅੱਗੇ ਚੱਲ ਰਹੀ ਹੈ। ਲੀਗੌਲਟ 2018 ਤੋਂ ਪ੍ਰੀਮੀਅਰ ਸੀ ਅਤੇ 2022 ਦੇ ਵਿੱਚ ਵੀ ਮੈਜੋਰਿਟੀ ਗਵਰਨਮੈਂਟ ਬਣਾਈ ਸੀ। ਉਹਨਾਂ ਨੇ ਪੋਲਿਟਿਕਸ ਨੂੰ ਐਕਸਟ੍ਰੀਮ ਸਪੋਰਟ ਕਹਿੰਦੇ ਹੋਏ ਕਿਊਬੈਕ ਵਾਸੀਆਂ ਦਾ ਖਾਸ ਤੌਰ ਦੇ ਉੱਤੇ ਧੰਨਵਾਦ ਕੀਤਾ। ਸੋ ਅੱਜ ਦਾ ਦਿਨ ਜਿਹੜਾ ਆ ਉਹ ਅਸਤੀਫਿਆਂ ਦਾ ਵੀ ਰਿਹਾ। 2 ਦਿੱਗਜ ਨੇਤਾਵਾਂ ਨੇ ਆਪਣੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਚਾਹੇ ਉਹ ਬੌਨੀ ਕਰੋਂਬੀ ਹੋਣ ਤੇ ਚਾਹੇ ਉਹ ਫਰਾਂਸਵਾ ਲੀਗੌਲਟ ਹੋਣ। ਸੋ ਅੱਜ ਇਹਨਾਂ ਦੇ ਵੱਲੋਂ ਫਾਈਨਲੀ ਅਸਤੀਫਾ ਦੇ ਦਿੱਤਾ ਗਿਆ। ਅਗਲੀ ਖਬਰ ਸਾਂਝੀ ਕਰਨ ਲੱਗੇ ਹਾਂ ਅਮਰੀਕਾ ਦੇ ਨਾਲ ਸੰਬੰਧਿਤ, ਜਿਸ ਦੇ ਵੱਲੋਂ 75 ਕੰਟਰੀਜ਼ ਦੇ ਵਿੱਚ ਇਮੀਗ੍ਰੈਂਟ ਵੀਜ਼ਾ ਪ੍ਰੋਸੈਸਿੰਗ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਹੈ। ਸੋ ਇਹ ਕੀ ਖਬਰ ਹੈ ਸਾਂਝੀ ਕਰਦੇ ਹਾਂ। ਅਮਰੀਕਾ ਦੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਅਮਰੀਕਾ US ਸਟੇਟ ਡਿਪਾਰਟਮੈਂਟ 75 ਯਾਨੀ ਕਿ 75 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਇਮੀਗ੍ਰੈਂਟ ਵੀਜ਼ਾ ਪ੍ਰੋਸੈਸਿੰਗ ਨੂੰ ਸਸਪੈਂਡ ਕਰੇਗਾ। ਇਸ ਦੇ ਵਿੱਚ ਅਫਗਾਨਿਸਤਾਨ, ਈਰਾਨ, ਰਸ਼ੀਆ, ਸੋਮਾਲੀਆ, ਪਾਕਿਸਤਾਨ ਸਮੇਤ ਕਈ ਦੇਸ਼ ਸ਼ਾਮਿਲ ਨੇ।
ਸਟੇਟ ਡਿਪਾਰਟਮੈਂਟ ਦੇ ਮੁਤਾਬਿਕ ਇਹ ਫੈਸਲਾ ਉਹਨਾਂ ਲੋਕਾਂ ਨੂੰ ਰੋਕਣ ਲਈ ਹੈ ਜੋ ਕਿ ਅਮਰੀਕਾ ਵਿੱਚ ਰਹਿ ਕੇ ਪਬਲਿਕ ਅਸਿਸਟੈਂਸ ਜਾਂ ਫਿਰ ਵੈਲਫੇਅਰ ਬੈਨੀਫਿਟਸ ਲੈ ਸਕਦੇ ਨੇ। ਇਹ ਹੁਕਮ ਨਵੰਬਰ ਵਿੱਚ ਜਾਰੀ ਹੋਏ ਨਿਯਮਾਂ ਦੇ ਤਹਿਤ ਹੀ ਲਿਆ ਗਿਆ ਹੈ। ਇਹ ਪਾਬੰਦੀ ਤੁਹਾਨੂੰ ਦੱਸ ਦਈਏ ਕਿ 21 ਜਨਵਰੀ ਤੋਂ ਲਾਗੂ ਹੋਏਗੀ। ਹਾਲਾਂਕਿ ਨਾਨ ਇਮੀਗ੍ਰੈਂਟ ਵੀਜ਼ਾਸ ਜਿਵੇਂ ਕਿ ਟੂਰਿਸਟ ਵੀਜ਼ਾ ਤੇ ਬਿਜ਼ਨਸ ਵੀਜ਼ਾ ਫਿਲਹਾਲ ਇਸ ਫੈਸਲੇ ਤੋਂ ਬਾਹਰ ਰਹਿਣਗੇ। US ਐਮਬੈਸੀਜ਼ ਤੇ ਕੌਂਸੂਲੇਟਸ ਨੂੰ ਹੁਕਮ ਦਿੱਤਾ ਗਿਆ ਹੈ ਕਿ ਵੀਜ਼ਾ ਐਪਲੀਕੈਂਟਸ ਦੀ ਏਜ, ਹੈਲਥ, ਫਾਈਨੈਂਸਿਸ, ਐਜੂਕੇਸ਼ਨ, ਸਕਿੱਲਸ ਤੇ ਇੰਗਲਿਸ਼ ਐਬਿਲਿਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਸ ਨੂੰ ਧਿਆਨ ਨਾਲ ਚੈੱਕ ਕੀਤਾ ਜਾਵੇ। ਐਪਲੀਕੈਂਟਸ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਹ ਅਮਰੀਕਾ ਵਿੱਚ ਗਵਰਨਮੈਂਟ ਬੈਨੀਫਿਟਸ ਤੇ ਨਿਰਭਰ ਨਹੀਂ ਹੋਣਗੇ। ਟਰੰਪ ਐਡਮਿਨਿਸਟ੍ਰੇਸ਼ਨ ਪਹਿਲਾਂ ਹੀ ਅਫਰੀਕਾ, ਏਸ਼ੀਆ ਤੇ ਲੈਟਿਨ ਅਮਰੀਕਾ ਦੇ ਕਈ ਦੇਸ਼ਾਂ ਲਈ ਵੀਜ਼ਾ ਰਿਸਟ੍ਰਿਕਸ਼ਨਸ ਲਾਗੂ ਕਰ ਚੁੱਕੀ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਹੋਰ ਵੀ ਜ਼ਿਆਦਾ ਘੱਟ ਹੋ ਸਕਦੀ ਹੈ। ਇੱਕ ਪਾਸੇ ਆਈਸ ਦੀਆਂ ਜਿਸ ਤਰੀਕੇ ਦੇ ਨਾਲ ਬਰਬਰਤਾ ਭਰੀਆਂ ਰੇਟਸ ਉੱਥੇ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਲਗਾਤਾਰ ਇਮੀਗ੍ਰੇਸ਼ਨ ਦੇ ਉੱਤੇ ਕੱਟਸ ਦੇ ਰੂਪ ਵਿੱਚ ਹੁਣ 75 ਮੁਲਕਾਂ ਦੇ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਉੱਥੇ ਜਿਹੜੀਆਂ ਨੇ ਇਮੀਗ੍ਰੇਸ਼ਨ ਸੰਬੰਧੀ ਉਹਨਾਂ ਨੇ ਆਪਣੀਆਂ ਜਿਹੜੀਆਂ ਕਾਰਵਾਈਆਂ ਨੇ ਫਿਲਹਾਲ ਸਸਪੈਂਡ ਕਰ ਦਿੱਤੀਆਂ ਨੇ। ਇਹਨਾਂ ਕੰਟਰੀਜ਼ ਦੀ ਗੱਲ ਕਰੀਏ ਤਾਂ ਵੈਨਸਡੇ ਨੂੰ ਇਹਨਾਂ ਕੰਟਰੀਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਕੁਝ ਕੰਟਰੀਜ਼ ਦੇ ਨਾਮ ਮੈਂ ਪਹਿਲਾਂ ਵੀ ਲਏ ਨੇ। ਇਸ ਤੋਂ ਇਲਾਵਾ ਅਲਬੇਨੀਆ, ਅਲਜੀਰੀਆ, ਅਰਮੇਨੀਆ, ਅਜ਼ਰਬੈਜਾਨ, ਬਹਮਾਸ, ਬੰਗਲਾਦੇਸ਼, ਬਾਰਬਾਡੋਸ, ਭੂਟਾਨ, ਕੋਂਗੋ, ਕਿਊਬਾ, ਡੋਮਿਨਿਕਾ, ਇਜਿਪਟ, ਈਰਾਨ, ਇਰਾਕ। ਇਸ ਤੋਂ ਇਲਾਵਾ ਨੇਪਾਲ ਦਾ ਨਾਮ ਇਸ ਦੇ ਵਿੱਚ ਸ਼ਾਮਿਲ ਹੈ। ਇਹਨਾਂ ਤੋਂ ਇਲਾਵਾ ਯੂਗਾਂਡਾ ਦਾ ਨਾਮ, ਥਾਈਲੈਂਡ ਦਾ ਨਾਮ, ਸੀਰੀਆ ਦਾ ਨਾਮ ਤੇ ਕਾਫੀ ਇਹ ਜਿਹੇ ਨਾਮ ਨੇ ਮੁਲਕਾਂ ਦੇ ਜਿਹੜੇ ਕਿ ਇਹਨਾਂ ਦੀ ਲਿਸਟ ਦੇ ਵਿੱਚ 75 ਮੁਲਕਾਂ ਦੀ ਇਹ ਲਿਸਟ ਜਾਰੀ ਕੀਤੀ ਗਈ ਹੈ। ਫਿਜੀ ਇਸ ਦੇ ਵਿੱਚ ਸ਼ਾਮਿਲ ਹੈ, ਘਾਨਾ ਇਸ ਵਿੱਚ ਸ਼ਾਮਿਲ ਹੈ, ਜਾਰਜੀਆ, ਜਮਾਇਕਾ, ਕੁਵੈਤ, ਇਸ ਤੋਂ ਇਲਾਵਾ ਰਸ਼ੀਆ, ਰਵਾਂਡਾ, ਕਾਫੀ ਮੁਲਕਾਂ ਦੇ ਨਾਮ ਇਸ ਦੇ ਵਿੱਚ, ਕਜ਼ਾਕਿਸਤਾਨ ਦਾ ਨਾਮ ਵਿੱਚ ਇਸ ਦੇ ਸ਼ਾਮਿਲ ਹੈ। ਸੋ ਸੁਡਾਨ, ਸਾਊਥ ਸੁਡਾਨ, ਸੀਰੀਆ, ਤੰਜ਼ਾਨੀਆ, ਟਿਊਨੀਸ਼ੀਆ, ਯਮਨ। ਸੋ ਇਹ ਸਾਰੇ ਮੁਲਕ ਜਿਹੜੇ ਨੇ 75 ਮੁਲਕਾਂ ਦੀ ਲਿਸਟ ਵਿੱਚ ਇਹ ਨਾਮ ਸ਼ਾਮਿਲ ਨੇ, ਜਿਨ੍ਹਾਂ ਨੂੰ ਕਿ ਫਿਲਹਾਲ ਜਿਨ੍ਹਾਂ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਇਹਨਾਂ ਨੇ ਸਰਵਿਸਿਜ਼ ਸਸਪੈਂਡ ਕਰਨ ਦੀ ਗੱਲ ਆਖੀ ਹੈ। ਇਹ ਕਿਹਾ ਜਾ ਰਿਹਾ ਕਿ ਪਬਲਿਕ ਅਸਿਸਟੈਂਸ ਨੂੰ ਦੇਖਦੇ ਹੋਏ ਇਹ ਕਦਮ ਜਿਹੜਾ ਚੱਕਿਆ ਗਿਆ ਹੈ। ਅਗਲੀ ਖਬਰ ਟੋਰਾਂਟੋ ਦੇ ਨਾਲ ਸੰਬੰਧਿਤ ਹੈ, ਜਿੱਥੇ ਕਿ ਟੋਰਾਂਟੋ ਪੁਲਿਸ ਸਰਵਿਸ ਨੇ ਦੱਸਿਆ ਹੈ ਕਿ ਪ੍ਰੋਜੈਕਟ ਕਾਰਬਨ ਕਾਪੀ ਨਾਮਕ ਇੱਕ ਵੱਡੀ ਧੋਖਾਧੜੀ ਯਾਨੀ ਕਿ ਫਰਾਡ ਦੀ ਜਾਂਚ ਕੀਤੀ ਜਾ ਰਹੀ ਸੀ, ਜਿਸ ਦੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗਰੁੱਪ ਕੈਨੇਡਾ ਭਰ ਵਿੱਚ ਝੂਠੇ ਚੈੱਕ ਯਾਨੀ ਕਿ ਫਰਾਡ ਚੈੱਕਸ ਜਿਹੜੇ ਨੇ ਇਹ ਜਮ੍ਹਾਂ ਕਰਵਾ ਕੇ ਧੋਖਾਧੜੀ ਕਰ ਰਹੇ ਸੀ ਅਤੇ ਫਿਰ ATM ਵਿਡਰੋਲਸ ਤੇ ਪੁਆਇੰਟ ਆਫ ਸੇਲ ਪਰਚੇਸ ਰਾਹੀਂ ਇੱਕਦਮ ਪੈਸੇ ਵਾਪਸ ਕੱਢ ਵੀ ਲੈਂਦੇ ਸੀ। ਸੋ ਜਾਣਕਾਰੀ ਦੇ ਮੁਤਾਬਿਕ ਕੁਝ ਰਕਮ ਜਿਹੜੀ ਹੈ ਕੈਸੀਨੋ ਤੋਂ ਵੀ ਹਾਸਲ ਕੀਤੀ ਗਈ ਹੈ। ਕੁੱਲ ਨੁਕਸਾਨ ਲਗਭਗ $5 ਲੱਖ ਦਾ ਦੱਸਿਆ ਗਿਆ ਹੈ। ਦਸੰਬਰ 16, 2025 ਨੂੰ ਬਰੈਂਪਟਨ ਵਿੱਚ ਇੱਕ ਘਰ ਤੇ 2 ਵਹੀਕਲਸ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਕਿ ਕਰੀਬ $70,000 ਨਕਦ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਕੁਝ ਸੋਨਾ, ਕੁਝ ਹੋਰ ਕੀਮਤੀ ਮੈਟਲਸ, ਚੈੱਕ, ਬੈਂਕ ਡਾਕੂਮੈਂਟਸ, ਕਾਫੀ ਮਹਿੰਗੇ ਕੱਪੜੇ, ਮੋਬਾਈਲ ਫੋਨ ਤੇ 2 ਵਹੀਕਲਸ ਜਿਹੜੇ ਨੇ ਇਹ ਜ਼ਬਤ ਕੀਤੇ ਗਏ ਨੇ, ਸੀਜ਼ ਕੀਤੇ ਗਏ ਨੇ। ਸੋ ਜਿਨ੍ਹਾਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਹਨਾਂ ਦੀ ਪਹਿਚਾਣ ਜਾਰੀ ਕੀਤੀ ਗਈ ਹੈ। ਇਹ ਤਿੰਨੋਂ ਹੀ ਬਰੈਂਪਟਨ ਦੇ ਰਹਿਣ ਵਾਲੇ ਨੇ। ਇਹਨੇ ਜੀ 23 ਸਾਲ ਦੇ ਜਸ਼ਨਬੀਰ ਜੱਬਲ, 25 ਸਾਲ ਦੇ ਗੁਰਬੀਰ ਜੱਬਲ ਤੇ 23 ਸਾਲ ਦੇ ਆਰੀਅਨ ਗੁਪਤਾ। ਸੋ ਇਹਨਾਂ ਦੇ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਨੇ। ਇਹਨਾਂ ਤਿੰਨਾਂ ਨੂੰ 28 ਜਨਵਰੀ 2026 ਨੂੰ ਟੋਰਾਂਟੋ ਦੀ ਅੰਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਜਾਏਗਾ। ਅਗਲੀ ਖਬਰ ਸਾਂਝੀ ਕਰਨ ਲੱਗੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚਾਈਨਾ ਦੌਰੇ ਤੇ ਪਹੁੰਚੇ ਨੇ। ਸੋ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇੱਕ ਬਹੁਤ ਹੀ ਇੰਪੋਰਟੈਂਟ ਆਫੀਸ਼ੀਅਲ ਵਿਜ਼ਿਟ ਦੇ ਲਈ ਚਾਈਨਾ ਦੇ ਬੀਜਿੰਗ ਪਹੁੰਚ ਗਏ ਨੇ। ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ 8 ਸਾਲਾਂ ਦੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਕਿ ਕਿਸੇ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਚਾਈਨਾ ਦੀ ਆਫੀਸ਼ੀਅਲ ਵਿਜ਼ਿਟ ਨਹੀਂ ਕੀਤੀ। ਉਹਨਾਂ ਦੇ ਅਰਾਈਵਲ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਅਰਾਈਵਲ ਕਾਫੀ ਲੋ ਕੀ ਸੀ। ਰੈੱਡ ਕਾਰਪੇਟ, ਮਿਲਟਰੀ ਗਾਰਡ ਤੇ ਇੱਕ ਛੋਟੀ ਜਿਹੀ ਬੱਚੀ ਦੇ ਵੱਲੋਂ ਉਹਨਾਂ ਨੂੰ ਫਲਾਵਰਸ ਦਿੱਤੇ ਗਏ। ਇਹ ਬਹੁਤ ਹੀ ਸਿੰਪਲ ਜਿਹਾ ਸਵਾਗਤ ਦਰਸਾਉਂਦਾ ਹੈ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੌਲੀ-ਹੌਲੀ ਇਹ ਨਾਰਮਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਨਾ ਕਿ ਕੋਈ ਵੱਡਾ ਸ਼ੋਅ ਕਰਨ ਦੀ ਇਹ ਕੋਸ਼ਿਸ਼ ਕੀਤੀ ਗਈ ਹੈ। ਸੋ ਇਸ ਦੌਰੇ ਦਾ ਮੁੱਖ ਮਕਸਦ, ਇਸ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਇਸ ਦੌਰੇ ਦਾ ਸਭ ਤੋਂ ਵੱਡਾ ਟਾਰਗੇਟ ਕੈਨੇਡਾ ਤੇ ਚਾਈਨਾ ਦੇ ਵਿਚਕਾਰ ਕਈ ਸਾਲਾਂ ਤੋਂ ਬਣੀ ਜੋ ਡਿਸਟਰਸਟ ਹੈ, ਇਸ ਨੂੰ ਘਟਾਉਣਾ ਹੈ। ਇਹ ਡਿਸਟਰਸਟ ਖਾਸ ਕਰਕੇ ਉਸ ਵੇਲੇ ਹੋਰ ਵੀ ਜ਼ਿਆਦਾ ਵਧਿਆ ਸੀ ਜਦੋਂ ਚਾਈਨਾ ਨੇ 2 ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਸੋ ਕਾਰਨੀ ਹੁਣ ਚਾਈਨਾ ਦੇ ਨਾਲ ਇਸ ਵਿਜ਼ਿਟ ਦੌਰਾਨ ਟ੍ਰੇਡ ਰਿਲੇਸ਼ਨ ਸੁਧਾਰਨ, ਐਨਰਜੀ ਕਾਰਪੋਰੇਸ਼ਨ ਵਧਾਉਣ, ਇਕਨੋਮਿਕ ਟਾਈਸ ਮਜ਼ਬੂਤ ਕਰਨ ਤੇ ਇੰਟਰਨੈਸ਼ਨਲ ਸਿਕਿਉਰਿਟੀ ਤੇ ਗੱਲਬਾਤ ਕਰਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਟੈਰਿਫ ਵੀ ਡਿਸਪਿਊਟ ਰਿਹਾ ਹੈ ਦੋਵਾਂ ਮੁਲਕਾਂ ਦੇ ਵਿੱਚ। ਕੈਨੇਡਾ ਨੇ ਅਮਰੀਕਾ ਦੇ ਨਾਲ ਰਲ ਕੇ ਚਾਈਨਾ ਦੇ ਇਲੈਕਟ੍ਰਿਕ ਵਹੀਕਲਸ, ਸਟੀਲ ਤੇ ਐਲੂਮੀਨੀਅਮ ਦੇ ਉੱਤੇ ਹਾਈ ਟੈਰਿਫਸ ਲਗਾਏ ਹੋਏ ਨੇ। ਇਸ ਦੇ ਜਵਾਬ ਦੇ ਵਿੱਚ ਚਾਈਨਾ ਨੇ ਕੈਨੇਡੀਅਨ ਕੈਨੋਲਾ, ਸੀ ਫੂਡ ਤੇ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ ਟੈਰਿਫ ਲਗਾ ਦਿੱਤੇ, ਜਿਸ ਕਰਕੇ ਕੈਨੇਡੀਅਨ ਕਿਸਾਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ। ਚਾਈਨਾ ਇਹ ਗੱਲ ਸਾਫ਼ ਕਹਿ ਚੁੱਕਿਆ ਹੈ ਕਿ ਜੇਕਰ ਕੈਨੇਡਾ EV ਟੈਰਿਫਸ ਹਟਾਏ ਤਾਂ ਉਹ ਆਪਣੇ ਟੈਰਿਫਸ ਹਲਕੇ ਕਰ ਸਕਦਾ ਹੈ। ਇਸ ਦੌਰੇ ਦੇ ਵਿੱਚ ਇਹ ਮੁੱਦਾ ਸਭ ਤੋਂ ਔਖਾ ਤੇ ਸੈਂਸਿਟਿਵ ਮੰਨਿਆ ਜਾ ਰਿਹਾ ਹੈ। ਇਹ ਦੱਸਦੀ ਹੈ ਕਿ ਇਹ ਜਿਹੜੀ ਫੋਰਨ ਪਾਲਿਸੀ ਹੈ, ਇਹ ਕੈਨੇਡਾ ਦੀ ਨਵੀਂ ਸਰਕਾਰ ਦੀ ਨਵੀਂ ਫੋਰਨ ਪਾਲਿਸੀ ਹੈ। ਡਿਫੈਂਸ ਮਿਨਿਸਟਰ ਅਨੀਤਾ ਆਨੰਦ ਨੇ ਕਿਹਾ ਹੈ ਕਿ ਇਹ ਗਵਰਨਮੈਂਟ ਦੀ ਨਿਊ ਫੋਰਨ ਪਾਲਿਸੀ ਹੈ। ਉਹਨਾਂ ਨੇ ਦੱਸਿਆ ਕਿ ਕੈਨੇਡਾ ਹੁਣ ਸਿਰਫ ਅਮਰੀਕਾ ਤੇ ਹੀ ਨਿਰਭਰ ਨਹੀਂ ਰਹਿ ਸਕਦਾ ਤੇ ਉਸ ਨੂੰ ਆਪਣੇ ਟ੍ਰੇਡਿੰਗ ਪਾਰਟਨਰਸ ਡਾਈਵਰਸੀਫਾਈ ਕਰਨੇ ਪੈਣਗੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਚਾਈਨਾ ਦੇ ਨਾਲ ਰਿਸ਼ਤਾ ਕੰਪਲੈਕਸ ਹੈ, ਨਾ ਅਸੀਂ ਇਸ ਨੂੰ ਗੁੱਡ ਨਾ ਹੀ ਇਸ ਨੂੰ ਬੈਡ ਕਹਿ ਸਕਦੇ ਹਾਂ। ਇਸ ਦੌਰਾਨ ਕਾਫੀ ਹਾਈ ਲੈਵਲ ਮੀਟਿੰਗਸ ਵੀ ਹੋਣਗੀਆਂ। ਆਪਣੇ ਇਸ ਦੌਰੇ ਦੌਰਾਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਚਾਈਨਾ ਦੇ ਪ੍ਰੀਮੀਅਰ ਲੀ ਕਿਊਆਂਗ ਇਹਨਾਂ ਨਾਲ ਮੁਲਾਕਾਤ ਕਰਨਗੇ ਤੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰਨਗੇ। ਕੁਝ ਐਗਰੀਮੈਂਟਸ ਵੀ ਇਸ ਦੌਰਾਨ ਮੰਨਿਆ ਜਾ ਰਿਹਾ ਕਿ ਸਾਈਨ ਹੋ ਸਕਦੇ ਨੇ, ਪਰ ਕੈਨੇਡੀਅਨ ਆਫੀਸ਼ੀਅਲਸ ਨੇ ਡਿਟੇਲਸ ਪਹਿਲਾਂ ਦੱਸਣ ਤੋਂ ਇਨਕਾਰ ਕਰ ਦਿੱਤਾ, ਜੋ ਕਿ ਇਹ ਗੱਲ ਦੱਸ ਰਹੀ ਹੈ ਕਿ ਅਜੇ ਗੱਲਬਾਤ ਜਾਰੀ ਹੈ। ਸੋ ਇਸ ਸਮੇਂ ਦੀ ਗੱਲ ਕੀਤੀ ਜਾਵੇ, ਟ੍ਰੇਡ ਨੰਬਰਸ ਤੇ ਰਿਐਲਿਟੀ ਦੀ ਗੱਲ ਕਰੀਏ ਤਾਂ ਚਾਈਨਾ ਇਸ ਸਮੇਂ ਕੈਨੇਡਾ ਦਾ ਸੈਕੰਡ ਲਾਰਜੈਸਟ ਟ੍ਰੇਡਿੰਗ ਪਾਰਟਨਰ ਹੈ। 2024 ਵਿੱਚ ਦੋਵਾਂ ਦੇਸ਼ਾਂ ਵਿਚਕਾਰ $118 ਬਿਲੀਅਨ ਤੋਂ ਵੀ ਵੱਧ ਦਾ ਟ੍ਰੇਡ ਹੋਇਆ ਸੀ। ਐਕਸਪਰਟਸ ਕਹਿੰਦੇ ਨੇ ਕਿ ਚਾਈਨਾ ਦਾ ਮਾਰਕੀਟ ਅਜੇ ਸਲੋ ਹੈ, ਪਰ ਫਿਰ ਵੀ ਕੈਨੇਡਾ ਲਈ ਲੌਂਗ ਟਰਮ ਇੰਪੋਰਟੈਂਟ ਹੈ। US ਫੈਕਟਰ ਵੀ ਇਸ ਵਿੱਚ ਕਿਤੇ ਨਾ ਕਿਤੇ ਹਾਵੀ ਹੋ ਸਕਦਾ ਹੈ। ਐਕਸਪਰਟਸ ਇਹ ਵੀ ਚੇਤਾਵਨੀ ਦੇ ਰਹੇ ਨੇ ਕਿ ਕੈਨੇਡਾ ਨੂੰ ਚਾਈਨਾ ਨਾਲ ਡੀਲ ਕਰਦਿਆਂ US ਪ੍ਰੈਜ਼ੀਡੈਂਟ ਟਰੰਪ ਦੇ ਰਿਐਕਸ਼ਨ ਨੂੰ ਵੀ ਧਿਆਨ ਵਿੱਚ ਰੱਖਣਾ ਪਏਗਾ, ਕਿਉਂਕਿ ਅਮਰੀਕਾ ਵੀ ਚਾਈਨੀਜ਼ EVs ਦੇ ਉੱਤੇ ਟੈਰਿਫ ਲਗਾ ਰਿਹਾ ਹੈ। ਸੋ ਇਸ ਬਾਰੇ ਵਿੱਚ ਹੁਣ ਜੇ ਸਕਸੈਸ ਦੀ ਗੱਲ ਕਰੀਏ ਤਾਂ ਐਕਸਪਰਟਸ ਦੇ ਮੁਤਾਬਿਕ ਜੇ ਰਿਲੇਸ਼ਨਸ ਦੇ ਵਿੱਚ ਵਾਰਮਰ ਟੋਨ, ਟਰਸਟ ਬਿਲਡਿੰਗ ਤੇ ਛੋਟੇ ਪਰ ਕੰਕਰੀਟ ਐਗਰੀਮੈਂਟਸ ਸਾਈਨ ਕੀਤੇ ਜਾਂਦੇ ਨੇ ਤਾਂ ਇਹ ਵਿਜ਼ਿਟ ਸਕਸੈਸਫੁਲ ਮੰਨੀ ਜਾਏਗੀ। ਸੋ ਬਾਟਮ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਜ਼ਿਟ ਸਾਬਿਤ ਕਰਦੀ ਹੈ ਕਿ ਕੈਨੇਡਾ ਤੇ ਚਾਈਨਾ ਦੋਵੇਂ ਸਮਝਦੇ ਨੇ ਕਿ ਮੌਜੂਦਾ ਗਲੋਬਲ ਟ੍ਰੇਡ ਅਨਸਰਟਨਟੀ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਸੋ ਇਹ ਦੌਰਾ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਰੀਸੈਟ ਤਾਂ ਨਹੀਂ ਕਰੇਗਾ ਫਿਲਹਾਲ, ਪਰ ਇੱਕ ਨਵੀਂ ਸ਼ੁਰੂਆਤ ਦੀ ਨੀਂਹ ਜਿਹੜੀ ਹੈ ਉਹ ਜ਼ਰੂਰ ਰੱਖੀ ਜਾ ਸਕਦੀ ਹੈ।